सभी बहनों भाइयों की सलामती हो। मैं आपका होस्ट पास्टर इमरान शौकत मसीह, चेयरमैन लाइफ ब्रिज टीवी, एक दफ़ा फिर एक नई एपिसोड के साथ और नए मेहमान के साथ आपकी खिदमत में हाजिर हूँ। तो आए अभी हम अपने मेहमान की तरफ चलते हैं और इनका तारुफ जानते हैं। जी प्रेज़ द लॉर्ड। खादम जी बहुत थैंक यू। ਤੁਸੀਂ ਬੇਸ਼ੱਕ ਨੇੜਿਓਂ ਜਾਂ ਦੂਰੋਂ ਆਏ ਹੋ ਔਰ ਤੁਹਾਡੇ ਇਸ ਪ੍ਰੇਮ ਨੂੰ ਜਿਹੜਾ ਖੁਦਾਵੰਦ ਨੇ ਤੁਹਾਡੇ 'ਚ ਭਰਿਆ, ਸਲੂਟ ਕਰਦੇ ਹਾਂ ਕਿ ਇਹਨਾਂ ਸਭ ਮਿੱਤਰਾਂ ਲਈ, ਸੰਗਤੀਆਂ ਲਈ ਜਿਹੜੇ ਦੂਰ ਤੋਂ ਨੇ, ਔਰ ਇਹਨਾਂ ਨੂੰ ਦੱਸਣ ਲਈ ਕਿ ਮਸੀਹਾ ਪ੍ਰਭੂ ਯੀਸ਼ੂ ਕੌਣ ਆ ਜਾਂ ਉਹਨੇ ਸਾਡੇ ਲਈ ਕੀਤਾ ਕੀ ਆ, ਇਸੇ ਮਨ ਦੀ ਰਾਜਗੀਰੀ ਵਾਸਤੇ ਤੁਸੀਂ ਸਾਡੇ ਨਾਲ ਮਿਲੇ ਹੋਏ। ਥੈਂਕ ਯੂ। ਮੇਰਾ ਤਲਕ ਪਾਕਿਸਤਾਨ, ਪੰਜਾਬ, ਇਸਲਾਮਾਬਾਦ ਨਿਊ ਲਾਈਫ ਚਰਚ ਆਫ ਪਾਕਿਸਤਾਨ ਨਾਲ ਹੈ ਔਰ ਬਹੁਤ ਥੈਂਕ ਯੂ ਕਿ ਬਹੁਤ ਸਾਰੇ ਮਿੱਤਰਾਂ ਦੇ ਪ੍ਰੇਮ ਚਾਹਤ ਵਿੱਚੋਂ ਅੱਜ ਖੁਦਾ ਦੇ ਖਾਦਮ ਜੀ ਸਾਡੇ ਨਾਲ ਮੇਲ ਹੋਏ, ਜਿਨ੍ਹਾਂ ਨੇ ਚਾਹਿਆ ਕਿ ਕੁਝ ਗੱਲਾਂ ਮੈਂ ਸਾਡੇ ਨਾਲ ਕਰਕੇ ਤੁਹਾਡੇ ਤੱਕ ਪਹੁੰਚਾਈਆਂ ਜਾਣ। ਸੋ ਵੈਲਕਮ ਖਾਦਮ ਜੀ, ਥੈਂਕ ਯੂ। ਪਾਸਟਰ ਅਜ਼ੀਜ਼ ਤੁਹਾਡਾ ਭਰਾ, ਤੁਹਾਡੇ ਨਾਲ ਸਵਾਗਤ ਹੈ। ਜੈ ਮਸੀਹ। थैंक यू सो मच पास्टर साहब, तुसां बहुत ही खूबसूरत अल्फाज बोले और मेरे वास्ते भी और साडी ऑडियंस वास्ते भी खुदावंद तुहानूं बहुत ज़्यादा बरकत दे। असीं तुहानूं लाइफ ब्रिज टीवी की तरफों और पूरी टीम वालों जिहड़ा वे वेलकम करते हैं और ख़ास तौर पर असीं तुहानूं वेलकम करते हैं कारवाने रूल कुछ साडा जिहड़ा एक प्रोग्राम चल रहा है और पर सब असीं इस प्रोग्राम दे विच रूल कुछ के हवाले नाल सवाल करते हैं और साडी कोशिश ये है कि जिस तरह तुसीं हुण फरमाया कि असी यसू दीयां गल्लां कर सकीए, जान सकीए, दस सकीए अपने वेखण और सुनन वालियां नूं। ते साडी ये कोशिश है कि असी पाक रूह दीयां गल्लां जिहड़ियां ने अपने भैणां ते भरावां नूं दस सकीए और उन्हां तक जिहड़ा वे वो सच्चाइयां पहुँचाइए जिहड़ियां हजे तक किसी भी वजह तो नहीं पहुँच सकियां। तो पर सब अगेन मैं तुहानूं वेलकम करना वा। थैंक यू सो वेरी मच। तुहाडे टाइम वास्ते बहुत शुक्रिया, तुसीं अपने कीमती वक्त चों सानूं टाइम दिता। और पर सब अज दा मेरा जिहड़ा पहला सवाल है वो ये होएगा कि पाक रूह दा बपतिस्मा की है या पाक रूह दे बपतिस्मे तो की मुराद है? थैंक यू जी खादम जी, वेलकम। सब साथियों ਨੂੰ थैंक यू कि ਅਸੀਂ ਇੱਕ ਦੂਜੇ ਨਾਲ ਗੱਲ ਕਰਕੇ ਆਪਣੀ ਗੱਲ ਬਣਾ ਲੈਂਦੇ ਹਾਂ। ਗੱਲ ਤਾਂ ਪ੍ਰਭੂ ਯਿਸੂ ਦੀ ਆ, ਪਰ ਥੈਂਕ ਯੂ ਜਦ ਅਸੀਂ ਉਹਦੇ ਟੌਪਿਕ 'ਤੇ ਉਹਦੇ ਮੇਲ ਮਿਲਾਪ ਜਾਂ ਉਹਦੇ ਮਟੀਰੀਅਲ ਦੀ ਗੱਲ ਕਰਦੇ ਹਾਂ ਫਿਰ ਸਾਡੀ ਗੱਲ ਮੁਫਤ 'ਚ ਬਣ ਜਾਂਦੀ ਹੈ। ਜਿਵੇਂ ਬਾਈਬਲ 'ਚ ਲਿਖਿਆ ਕਿ ਤੁਸੀਂ ਉਹਦੀ ਬਾਦਸ਼ਾਹਤ ਦੇ ਬਾਰੇ, ਉਹਦੀ ਰਾਸਤਬਾਜ਼ ਦੀ ਜਾਣਕਾਰੀ ਦੇ ਬਾਰੇ ਅੱਗੇ ਵਧੋ, ਬਾਕੀ ਸ਼ਾਮਾਂ ਤਾਂ ਤੁਹਾਨੂੰ ਝੂਲੇ 'ਚ ਲੱਭ ਜਾਣਗੇ। ਸੋ ਥੈਂਕ ਯੂ ਦੋਸਤੋ। ਯਾਦ ਰੱਖੋ ਬਾਈਬਲ ਦਾ ਜਿਹੜਾ ਐਡੀਟਰ ਆ, ਹੋਲਡਰ ਆ, ਜਿਹੜਾ ਕੰਟਰੋਲਰ ਆ, ਜਿਹਦੇ ਵਿੱਚੋਂ ਬਾਈਬਲ ਦੇ ਭੇਤ ਲੱਭਦੇ ਆ, ਜਿਹਦੇ ਵਿੱਚ ਪੁਰਾਣਾ ਅਹਿਦ ਜਿਹੜਾ ਉਹ ਨਵਾਂ ਲੁਕਿਆ ਹੋਇਆ, ਤੇ ਜੇ ਖੁਦਾ ਦੀ ਆਤਮਾ, ਪਵਿੱਤਰ ਆਤਮਾ ਸਾਡੇ ਵਿੱਚ ਨਹੀਂ ਆ ਫਿਰ ਆਪਾਂ ਪੁਰਾਣੇ 'ਚ ਵੀ ਐਵੇਂ ਹੀ ਲੱਗੇ ਫਿਰਾਂਗੇ। ਜਿਵੇਂ ਵਚਨ 'ਚ ਲਿਖਿਆ, ਉਹਨਾਂ ਸ਼ਰੀਅਤ ਨੂੰ ਤਾਂ ਜਾਣ ਲਿਆ, ਉਹਨਾਂ ਸ਼ਰੀਅਤ ਨੂੰ ਤਾਂ ਜਾਣ ਲਿਆ, ਪਰ ਉਹਨਾਂ ਉਸ ਭੇਦ ਨੂੰ ਨਹੀਂ ਜਾਣਿਆ ਜਿਨ੍ਹਾਂ ਦੇ ਕਾਰਨ ਉਹਦੀ ਚੰਗਿਆਈ ਹੋ ਜਾਂਦੀ ਹੈ। ਔਰ ਵਚਨ 'ਚ ਲਿਖਿਆ, ਇਸੇ ਲਈ ਬਹੁਤੇ ਰਾਜ ਹੀ ਢੇਰ ਹੋ ਗਏ। ਉਸ ਗੁਲਾਮੀ 'ਚੋਂ ਤਾਂ ਉਹਨਾਂ ਨੂੰ ਕੱਢ ਲਿਆ, ਉਸ ਗੁਲਾਮੀ 'ਚੋਂ ਤਾਂ ਉਹਨਾਂ ਨੂੰ ਕੱਢ ਲਿਆ, ਪਰ ਉਹਨਾਂ ਮਾਲ ਵੀ ਇੰਜੋਏ ਕੀਤਾ। ਪ੍ਰਭੂ ਨੇ ਨਾ ਜੁੱਤੀਆਂ ਟੁੱਟਣ ਦਿੱਤੀਆਂ, ਨਾ ਕੱਪੜੇ, ਪਰ ਇੱਕ ਭੇਤ ਜਿਹੜਾ ਕਿ ਉਹਨਾਂ ਦੇ ਜੀਵਨ ਵਾਸਤੇ ਖੁਦਾ ਦੀ ਆਤਮਾ, ਹੋਲੀ ਸਪਿਰਿਟ ਪਾਕ ਰੂਹ ਤੋਂ ਬਿਨਾਂ ਨਹੀਂ ਸੀ ਖੁੱਲ੍ਹ ਸਕਦਾ। ਉਹਦੇ ਤੋਂ ਬਿਨਾਂ ਹੀ ਉਹ ਆਪਣੇ ਆਪ ਨੂੰ ਅਕਲਮੰਦ ਜਿਤਾ ਕੇ ਤੇ ਕੀ ਬਣ ਗਏ, ਬੇਵਕੂਫ ਬਣ ਗਏ। ਸੋ ਅੱਜ ਅਸੀਂ ਇਸ ਭੇਤ 'ਚ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੇ ਜਾ ਕੇ ਮੁੱਕਣਾ, ਇਹ ਕਦੀ ਮੁੱਕ ਨਹੀਂ ਸਕਦਾ, ਕਿਉਂਕਿ ਖੁਦਾ ਦੀ ਆਤਮਾ, ਹੋਲੀ ਸਪਿਰਿਟ ਉਹ ਮਦਦਗਾਰ ਆ ਵਿਸ਼ਵਾਸੀ ਦਾ। ਜਿਹੜੇ ਬਲੀਵਰਸ ਆ, ਜਿਹੜੇ ਫੇਥਫੁਲ ਪਰਸਨ ਆ, ਉਹਨਾਂ ਦਾ ਉਹ ਮਦਦਗਾਰ ਆ ਜਿਹੜਾ ਕਿ ਪ੍ਰਭੂ ਨੇ ਕਿਹਾ ਸੀ, ਮੇਰਾ ਜਾਣਾ ਤੁਹਾਡੇ ਲਈ ਬਹੁਤ ਵਧੀਆ, ਜਾਵਾਂਗਾ ਤੇ ਦੂਜਾ ਮਦਦਗਾਰ ਤੁਹਾਡੇ ਲਈ ਘੱਲਾਂਗਾ। ਅੱਜ ਜੇ ਕੋਈ ਇਮਾਨਦਾਰ ਜਿੱਡਾ ਮਰਜ਼ੀ ਉੱਚਾ ਹੋਵੇ, ਭਾਵੇਂ ਗੋਰਾ ਪਾਸਟਰ ਤੇ ਭਾਵੇਂ ਕਾਲਾ ਪਾਸਟਰ ਹੈ, ਜਿਹਦੇ ਕੋਲ ਉਹ ਆਤਮਾ ਨਹੀਂ ਹੈ, ਉਹ ਖੁਦਾ ਦੀ ਪਵਿੱਤਰੀ ਹੋਲੀ ਸਪਿਰਿਟ ਨਹੀਂ ਹੈ, ਉਹ ਪ੍ਰਭੂ ਦੀਆਂ ਭੇਤਾਂ ਨੂੰ ਜਾਣ ਨਹੀਂ ਸਕਦਾ। ਉਹਨੇ ਉਂਝ ਹੀ ਕੁੱਟ ਖਾਣੀ ਆ, ਜਿਵੇਂ ਪ੍ਰਭੂ ਨੇ ਕਿਹਾ ਸੀ, ਉਹ ਨਿਕੋਦੀਮਸ ਤੈਨੂੰ ਮੈਂ ਸੱਚੀ ਕਹਿ ਦਿਆਂ, ਜਿੰਨੀ ਦੇਰ ਤੱਕ ਤੂੰ ਨਵੇਂ ਜਨਮ 'ਚੋਂ ਨਾ ਗੁਜ਼ਰੇ ਜਾਂ ਉਸ ਭੇਤ ਨੂੰ ਨਾ ਪਾਏ, ਪਾਣੀ ਤੇ ਰੂਹ ਦੇ ਨੂੰ, ਤੇ ਤੂੰ ਖੁਦਾ ਦੀ ਬਾਦਸ਼ਾਹੀ ਨੂੰ ਵੇਖ ਵੀ नहीं सकता। मेरा दूसरा सवाल तुहाडे नाल यह होएगा कि गैर जुबानां दे हवाले नाल सानूं दसो, गैर जुबान जिहड़ी है क्या ये एक वाहिद ओनली निशान है कि मतलब किसी भैन या भरा ने जो पानी का बपतिस्मा लै लिया उस तो बाद अगर किसी ते गैर जुबान उतर जाइए तो फिर
ਅਸੀਂ ਸਮਝ ਸਕਦੇ ਹਾਂ ਕਿ ਉਹਨੂੰ ਪਾਕ ਰੂਹ ਦਾ ਬਪਤਿਸਮਾ ਹੋਇਆ ਹੈ। ਦੇਖੋ, ਜਦ ਤੱਕ ਅਸੀਂ ਕਿਸੇ ਚੀਜ਼ ਨੂੰ ਚੱਖਦੇ ਨਹੀਂ ਨਾ, ਉਹਦਾ ਟੇਸਟ ਨਹੀਂ ਲੈਂਦੇ, ਅਸੀਂ ਉਹਦੇ ਬਾਰੇ ਕੋਈ ਜਾਣਕਾਰੀ ਕਿਸੇ ਦੂਜੇ ਨੂੰ ਨਹੀਂ ਦੇ ਸਕਦੇ। ਔਰ ਜਿਸ ਤਰ੍ਹਾਂ ਖੁਦਾ ਨੇ ਆਪਣੇ ਬਾਰੇ ਕਿਹਾ ਕਿ ਮੈਂ ਕੌਣ ਆ, ਲਾ ਮਹਦੂਦ, ਅਸੀਂ ਆਪ ਵੀ ਕਹਿੰਦੇ ਹਾਂ ਖੁਦਾ ਜਿਹੜਾ ਉਹਦੀ ਕੋਈ ਹੱਦ। ਤੇ ਫਿਰ ਪ੍ਰੇਜ਼ ਦਾ ਲਾਰਡ, ਜਦ ਦਾ ਉਹਦੇ ਪੁੱਤ ਨੇ, ਸਾਡੇ ਭਰਾ ਨੇ, ਮਸੀਹਾ ਨੇ ਸਾਨੂੰ ਮੁੱਲ ਖਰੀਦ ਲਿਆ, ਸਾਡੀ ਕੀਮਤ ਪੇ ਕਰ ਦਿੱਤੀ। ਹੁਣ ਅਸੀਂ ਕਿਸੇ ਦੇ ਕਰਜ਼ਦਾਰ ਨਹੀਂ ਹਾਂ, ਬਲਕਿ ਉਸ ਯੂਨਿਟ 'ਚ ਆ ਗਏ ਹਾਂ ਜਿਵੇਂ ਖੁਦਾ ਲਾ ਮਹਦੂਦ ਹੈ। ਔਰ ਉਹਨੇ ਕਿਹਾ ਕਿ ਮਸੀਹ ਨੂੰ ਕਿਸੇ ਨੇ ਕਿਹਾ ਸਾਨੂੰ ਬਾਪ ਵਹਾ, ਕਿ ਉਹਨੇ ਕੀ ਕਿਹਾ, ਜਿੰਨੇ ਮੈਨੂੰ ਵੇਖਿਆ ਉਹਨੇ। ਤੇ ਮਸੀਹ ਨੇ ਕਿਹਾ ਕਿ ਮੈਂ ਦੁਨੀਆ ਦਾ ਨੂਰ ਹਾਂ, ਹੁਣ ਤੁਸੀਂ ਵੀ ਕੌਣ ਹੋ। ਸਾਥੀਓ, ਜਿਸ ਤਰ੍ਹਾਂ ਪ੍ਰਭੂ ਮਸੀਹ ਦੀ ਕੋਈ ਹੱਦ ਨਹੀਂ ਆ, ਕੋਈ ਉਹਦੀ ਅਕਾਊਂਟਿੰਗ ਨਹੀਂ ਆ, ਇੱਥੋਂ ਤੱਕ ਆ। ਉਸੇ ਤਰ੍ਹਾਂ ਜੇ ਇਮਾਨਦਾਰ ਨੂੰ ਸਮਝ ਆ ਜਾਵੇ ਨਾ ਕਿ ਉਹਦੀ ਜ਼ਿੰਦਗੀ ਦੇ ਵਿੱਚ ਗੋਡ ਨਾਲ, ਖੁਦਾ ਨਾਲ, ਉਹਦੀ ਬਲੈਸਿੰਗ ਨਾਲ ਇੰਜੋਇਮੈਂਟ ਦੀ ਕੋਈ ਹੱਦ ਨਹੀਂ ਹੈ। ਉਹ ਅਲੱਗਾ ਗੱਲ ਹੈ ਕਿ ਉਹ ਕਿੱਥੇ ਫੋਕਸ ਕਰਕੇ ਬੈਠਾ ਹੈ, ਇੱਕ ਜ਼ੁਬਾਨ ਤੇ ਹੀ, ਜਾਂ ਇੱਕ ਮੋਜ਼ੇ ਤੇ ਹੀ, ਜਾਂ ਸਿਰਫ ਪੈਸੇ ਤੇ ਹੀ, ਜਾਂ ਕਿਸੇ ਵੀ ਚੀਜ਼ ਤੇ ਡਿਪੈਂਡ ਕਰਕੇ ਬੈਠਾ। ਇਟ ਮੀਨਸ ਇਹ ਉਹਦੀ ਥਿੰਕ ਆ। ਪਰ ਖੁਦਾ ਕਹਿੰਦਾ ਕਿ ਦੇਖ, ਜੋ ਕੁਛ ਮੈਂ ਹਾਂ ਉਹ ਸਭ ਕੁਛ ਤੂੰ ਆ। ਜੇ ਮੇਰੀ ਜ਼ਾਤ ਪਾਕ ਹੈ ਤੇ ਮੈਂ ਵੀ ਤੈਨੂੰ ਉਹਨਾਂ ਅੱਖਾਂ ਨਾਲ ਹੀ ਵੇਖਣਾ ਕਿ ਤੂੰ ਵੀ ਪਾਕ ਹੈ। ਜੇ ਮੈਂ ਤੈਨੂੰ ਬਣਾਉਣ ਵਾਲਾ ਤਾਂ ਤੇ ਮੈਨੂੰ ਤੇਰੀਆਂ ਸਾਰੀਆਂ ਭਾਸ਼ਾਵਾਂ ਸਮਝ ਆਉਂਦੀਆਂ, ਤੇਰੀਆਂ ਸਭ ਜ਼ਬਾਨਾਂ ਦੀ ਮੈਨੂੰ ਸਮਝ ਆ। ਔਰ ਯਾਦ ਰੱਖਣਾ, ਗੈਰ ਜ਼ਬਾਨ ਹੀ ਖੁਦਾ ਦੀ ਆਤਮਾ ਦਾ ਅਸਾਈਨਮੈਂਟ ਨਹੀਂ ਆ। ਔਰ ਬਹੁਤ ਸਾਰੇ ਐਸੇ ਲੋਕ ਆ ਜਿਨ੍ਹਾਂ ਕੋਲ ਗੈਰ ਭਾਸ਼ਾ ਨਹੀਂ ਹੈ, ਉਹ ਗੈਰ ਜ਼ਬਾਨਾਂ ਨਹੀਂ ਆ। ਪਰ ਇਹ ਜ਼ਰੂਰ ਆ ਕਿ ਜੇ ਕੋਈ ਆਪਣੇ ਮਨ 'ਚ ਭੁੱਖ ਰੱਖੇ ਤੇ ਉਵੇਂ ਉਹ ਵੱਧਦਾ ਜਾਂਦਾ। ਜੇ ਗੈਰ ਜ਼ਬਾਨ ਲੱਭੀ ਆ, ਕਈ ਵਾਰੀ ਐਸੇ ਆ, ਬਹੁਤ ਸਾਰੇ ਇਮਾਨਦਾਰ ਐਸੇ ਵੀ ਤੁਹਾਨੂੰ ਮਿਲਣਗੇ ਜਿਹੜੇ ਗੈਰ ਜ਼ਬਾਨਾਂ ਬੋਲਦੇ ਆ, ਪਰ ਬਹੁਤ ਗੰਦੇ ਪਾਪ ਅੱਜ ਵੀ ਕਰਨ ਦਾ ਆ। ਬਹੁਤ ਵੱਡੇ ਪਾਪਾਂ ਦੇ ਨਾਲ ਅੱਜ ਵੀ ਉਹ ਸਵਾਗਤ ਨੇ। ਸੋ ਗੈਰ ਜ਼ਬਾਨ ਇਜ਼ ਨਾਟ ਅ ਸਾਈਨ ਆਫ ਹੋਲੀ ਸਪਿਰਿਟ। ਸੋ ਫਸਟ ਸਾਈਨ ਇਜ਼ ਅ ਚੇਂਜ ਓਵਰ ਥਿੰਕ। ਸਾਡੀ ਸੋਚ ਬਦਲ ਜਾਏ। ਜੇ ਹਜੇ ਤੱਕ ਸਾਡੀ ਸੋਚ ਨਹੀਂ ਬਦਲੀ ਤੇ ਕਿਹੜੀ ਜ਼ਬਾਨ ਆ ਜਿਹੜੀ ਬੋਲ ਕੇ ਵੀ ਤੂੰ ਆਪਣੀ ਬੇਗਮ ਨੂੰ ਕੁੱਟਣ ਡਿਆ? ਕਿਹੜੀ ਜ਼ਬਾਨ ਆ ਤੂੰ 3 ਘੰਟੇ ਬੋਲਦਾ ਤੇ ਫਿਰ ਅਗਲੇ ਘੰਟੇ 'ਚ ਤੂੰ ਕਈਆਂ ਨੂੰ ਕਹਿਣ ਡਿਆ ਉਹ ਭੈੜਾ, ਉਹ ਭੈੜਾ, ਉਹ ਭੈੜੀ, ਉਹ ਭੈੜੀ। ਸੋ ਕੋਈ ਵੀ ਨਿਸ਼ਾਨ ਡਿਪੈਂਡ ਨਹੀਂ ਆ, ਤੇਰੀ ਸੋਚ ਤੇ ਡਿਪੈਂਡ ਆ। ਜੇ ਤੂੰ ਹਜੇ ਤੱਕ ਉਹਦੀ ਸੋਚ 'ਚ ਨਹੀਂ ਉਤਰਿਆ, ਤੇਰੀ ਤੇ ਉਹਦੀ ਸੋਚ ਹੀ ਇੱਕ ਨਹੀਂ ਹੋਈ, ਤੇ ਜਿੰਨੀਆਂ ਮਰਜ਼ੀ ਜ਼ਬਾਨਾਂ ਬੋਲ ਲਾ, ਜਾਂ ਜਿੰਨੇ ਮਰਜ਼ੀ ਤੂੰ ਪਾਣੀ ਦੇ ਬਪਤਿਸਮੇ ਉਹ ਨਹਾ ਲਾ, ਜਿੰਨਾ ਮਰਜ਼ੀ ਤੂੰ ਪਾਣੀ 'ਚ ਬੈਠਾ ਰਹਿ, ਜਦ ਤੱਕ ਤੇਰੀ ਸੋਚ ਨਹੀਂ ਬਦਲੀ। ਬਾਈਬਲ 'ਚ ਲਿਖਿਆ, ਰੋਮੀਓ ਦੇ ਖੱਤ ਵਿੱਚ ਲਿਖਿਆ ਕਿ ਉਹ ਤਹਮਲ ਕਰਕੇ, ਕੀ ਤੁਸੀਂ ਖੁਦਾ ਦੀ ਮਿਹਰਬਾਨੀ ਨੂੰ ਨਹੀਂ ਜਾਣਦੇ? ਲਿਖਿਆ ਉਹ ਤਹਮਲ ਕਰਕੇ ਠਹਿਰਿਆ ਹੋਇਆ ਤਾਂ ਕਿ ਸਾਡੀ ਨੌਬਤ ਕਿੱਥੋਂ ਤੱਕ ਪਹੁੰਚ ਜਾਏ, ਤੋਬਾ ਤੱਕ। ਤੇ ਤੋਬਾ ਦਾ ਮਤਲਬ ਆ ਸੋਚ ਦਾ ਬਦਲ ਜਾਣਾ। ਪ੍ਰੇਜ਼ ਦਾ ਲਾਰਡ। ਪਾਸਟਰ ਅਜ਼ੀਜ਼ ਸਾਹਿਬ, ਅਗੇਨ ਥੈਂਕ ਯੂ ਸੋ ਵੈਰੀ ਮਚ। ਮੈਂ ਤੁਹਾਡਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਔਰ ਯਕੀਨਨ ਮੈਂ ਅੱਜ ਤੁਹਾਡੀਆਂ ਜਿਹੜੀਆਂ ਗੱਲਾਂ ਸਨ ਉਹਨਾਂ ਤੋਂ ਬਹੁਤ ਜ਼ਿਆਦਾ ਬਰਕਤ ਪਾਈ ਹੈ। ਔਰ ਮੈਨੂੰ ਉਮੀਦ ਹੈ ਕਿ ਅੱਜ ਸਾਡੇ ਸੁਣਨ ਔਰ ਵੇਖਣ ਵਾਲੇ ਜਿਹੜੇ ਭੈਣ ਭਰਾ ਨੇ, ਜਿਹੜੇ ਬੱਚੇ ਨੇ, ਸਪੈਸ਼ਲੀ ਯੂਥ ਵਾਸਤੇ ਮੈਂ ਇਹ ਪੈਗਾਮ ਦੇਣਾ ਚਾਹੁੰਦਾ ਵਾਂ ਕਿ ਯੂਥ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸੱਚਾਈਆਂ ਨੂੰ ਜਾਣੇ, ਖੁਦਾ ਦੇ ਕਲਾਮ ਨੂੰ ਸਮਝਣ, ਔਰ ਜ਼ਿੰਦਗੀ ਦੀਆਂ ਗੱਲਾਂ ਜਿਹੜੀਆਂ ਕਿ ਗਹਿਰੀਆਂ ਗੱਲਾਂ ਨੇ, ਲੇਕਿਨ ਅਗਰ ਉਹਨੂੰ ਸਮਝਿਆ ਜਾਏ ਤਾਂ ਫਿਰ ਬੜੀਆਂ ਹੀ ਆਸਾਨ ਗੱਲਾਂ ਨੇ, ਬੜੀਆਂ ਹੀ ਸਾਦਾ ਨੇ। ਜਿਸ ਤਰ੍ਹਾਂ ਕਿ ਪਾਸਟਰ ਅਜ਼ੀਜ਼ ਸਾਹਿਬ ਨੇ ਹੁਣ ਹਜੇ ਸਾਨੂੰ ਬਹੁਤ ਹੀ ਖੂਬਸੂਰਤ ਔਰ ਬੜੇ ਹੀ ਨਿਖਰੇ ਹੋਏ ਤਰੀਕੇ ਦੇ ਨਾਲ, ਬੜੇ ਸਾਦਾ ਔਰ ਆਸਾਨ ਤਰੀਕੇ ਦੇ ਨਾਲ ਸਾਨੂੰ ਇਹਨਾਂ ਨੇ ਸਿਖਾਇਆ ਵੇ ਪਾਕ ਰੂਹ ਦੇ ਬਾਰੇ 'ਚ, ਗੈਰ ਜ਼ੁਬਾਨਾਂ ਦੇ ਬਾਰੇ 'ਚ, ਪਾਕ ਰੂਹ ਦੇ बपतिस्मे के हवाले नाल इन्होंने सानू बहुत ही अच्छे तरीके से सिखाया है। आए आज हम सब जो है वो, हम सब के पास टाइम है। अभी मैं भी आपको इनकरेज करता हूँ जैसे पास्टर साहब ने इनकरेज किया कि आए आज हम अपनी सोच को बदलें, आज अपनी सोच को हम यीशु मसीह की तरफ लेकर जाएं और अपनी ज़िंदगियों को बदलें, अपनी सोचों को बदलें, ताकि ये जो सारी बरकतें हैं, ये जो पाक रूह के साथ मुंसलिक बरकतें हैं, ये सारी बरकतें हमारी ज़िंदगी में नज़र आए।